Jai Hind to all. Today, here before you all to express my views on our next video of part 2 in this channel, the composition of UN. ਅੱਜ ਆਪਾਂ ਡਿਸਕਸ ਕਰਾਂਗੇ ਪਾਰਟ 2 ਵਿੱਚ। ਅਸੀਂ ਪਾਰਟ 1 ਬਣਾਇਆ ਸੀ ਜਿਸ ਵਿੱਚ ਯੂਐਨਓ ਦੀ ਬਰੀਫ ਹਿਸਟਰੀ ਜਾਣੀ ਸੀ ਵੀ ਕਿਵੇਂ ਇਸ ਦੇ ਇਤਿਹਾਸ ਨੇ ਯੂਐਨਓ ਦੇ ਬਣਨ ਤੇ ਪ੍ਰਭਾਵ ਪਾਇਆ। ਠੀਕ ਹੈ, ਅੱਜ ਆਪਾਂ ਇਸ ਵੀਡੀਓ ਵਿੱਚ ਜਾਣਾਂਗੇ ਇਸ ਦੀ ਕੰਪੋਜੀਸ਼ਨ ਬਾਰੇ ਵੀ ਯੂਐਨਓ ਦੀ ਬਣਤਰ ਕਿਵੇਂ ਹੈ, ਕਿੰਨੇ ਦੇ ਔਰਗਨਸ ਨੇ, ਠੀਕ ਹੈ, ਕਿਹੜੇ ਕਿਹੜੇ ਦੇ ਔਰਗਨਸ ਨੇ, ਕਿਵੇਂ ਕਿਵੇਂ ਕੀ ਵਰਕ ਕਰਦੇ ਨੇ, ਇੰਟਰਨੈਸ਼ਨਲ ਲੈਵਲ ਉੱਤੇ ਉਹਨਾਂ ਦੀ ਕੀ ਸਥਿਤੀ ਹੈ, ਕੀ ਕੰਡੀਸ਼ਨ ਹੈ, ਉਹ ਸਭ ਆਪਾਂ ਅੱਜ ਵੀਡੀਓ ਪਾਰਟ 2 ਵਿੱਚ ਜਾਣਾਂਗੇ ਕੰਪੋਜੀਸ਼ਨ ਆਫ ਯੂਐਨਓ। ਸੋ ਲੈਟਸ ਸਟਾਰਟ। ਤਾਂ ਆਪਾਂ ਸਭ ਤੋਂ ਪਹਿਲਾਂ ਗੱਲ ਕਰ ਲੈਂਦੇ ਹਾਂ ਯੂਐਨਓ ਯਾਨੀ ਕਿ ਯੂਨਾਈਟਿਡ ਨੇਸ਼ਨ ਆਰਗੇਨਾਈਜੇਸ਼ਨ, ਜਿਹੜੀ ਕਿ ਇੱਕ ਅੰਤਰਰਾਸ਼ਟਰੀ ਸੰਗਠਨ ਹੈ, ਮਤਲਬ ਕਿ ਜਿਸ ਨੂੰ ਇੱਕ ਅੰਤਰਰਾਸ਼ਟਰੀ ਸੰਗਠਨ ਬਣਾਇਆ ਗਿਆ ਹੈ, ਸਥਾਪਿਤ ਕੀਤਾ ਗਿਆ ਹੈ 1945 ਵਿੱਚ। ਯੂਐਨਓ ਯੂਨਾਈਟਿਡ ਨੇਸ਼ਨ ਆਰਗੇਨਾਈਜੇਸ਼ਨ ਹੈ ਜਿਹੜੀ, ਇਹ ਹੈੱਡਕੁਆਟਰ ਜਿਹੜਾ ਇਸ ਦਾ ਇਹ ਨਿਊਯਾਰਕ ਵਿੱਚ ਹੈ। ਇਹ ਆਪਾਂ ਸਭ ਨੂੰ ਪਤਾ ਹੈ ਵੀ ਜਿਹੜਾ ਨਿਊਯਾਰਕ ਇਹਦਾ ਹੈੱਡਕੁਆਟਰ ਹੈ ਯੂਐਨਓ ਦਾ, ਉਹ ਨਿਊਯਾਰਕ ਵਿੱਚ ਹੈ, ਅਮਰੀਕਾ ਵਿੱਚ। ਯੂਨਾਈਟਿਡ ਨੇਸ਼ਨ ਆਰਗੇਨਾਈਜੇਸ਼ਨ ਵਿੱਚ 193 ਕੰਟਰੀ ਮੈਂਬਰ ਨੇ। ਕਿੰਨੇ ਨੇ? 193 ਕੰਟਰੀ ਮੈਂਬਰ ਨੇ। ਦੋ ਕੰਟਰੀ ਦੇ ਮੈਂਬਰ ਨਹੀਂ ਹੈਗੇ। ਕਿਹੜੇ ਕਿਹੜੇ ਨੇ ਉਹ? ਦੋ ਆਬਜ਼ਰਵਰ ਨੇ, ਮੈਂਬਰ ਨਹੀਂ ਹੈਗੇ। ਉਹ 193 ਕੰਟਰੀ ਮੈਂਬਰਸ ਵਿੱਚ ਕਾਊਂਟ ਨਹੀਂ ਹੁੰਦੇ। ਉਹ ਦੋ ਸਿਰਫ ਆਬਜ਼ਰਵਰ ਨੇ, ਕਿਹੜੇ ਕਿਹੜੇ? ਹੌਲੀ ਸੀ ਤੇ ਫਿਲਿਸਤੀਨ। ਹੌਲੀ ਸੀ ਐਂਡ ਜਾਂ ਪੈਲਸਟਾਈਨ ਲਿਖ ਸਕਦੇ ਹੋ ਤੁਸੀਂ, ਪੈਲਸਟਾਈਨ, ਫਿਲਿਸਤੀਨ। ਠੀਕ ਹੈ, ਹੁਣ ਆਪਾਂ ਗੱਲ ਕਰ ਲੈਂਦੇ ਹਾਂ ਜਿਵੇਂ ਸਾਡਾ ਇੰਡੀਆ ਹੈ ਮਤਲਬ ਕਿ ਉਸਦਾ ਵੀ ਇੱਕ ਆਪਣਾ ਝੰਡਾ ਹੈ, ਉਸਦੀ ਪਾਰਲੀਮੈਂਟ ਹੈ। ਪਾਰਲੀਮੈਂਟ ਮਤਲਬ ਅਲੱਗ-ਅਲੱਗ ਚੀਜ਼ ਹੈ। ਸਾਡੀ ਇੰਡੀਆ ਦੀ ਨੈਸ਼ਨਲ ਐਂਬਲਮ ਹੈ, ਨੈਸ਼ਨਲ ਫਲੈਗ ਹੈ। ਵੈਸੇ ਹੀ ਯੂਐਨਓ ਦਾ ਵੀ ਇੱਕ ਆਪਣਾ ਝੰਡਾ ਹੈ। ਉਹ ਦੇਖ ਲੈਂਦੇ ਆਪਾਂ ਕਿਹੜਾ ਝੰਡਾ ਹੈ ਇਹਦਾ। ਮੈਂ ਇਹਨੂੰ ਰਫ ਕਰ ਦਿੰਦਾ ਹਾਂ। ਯੂਐਨਓ ਦਾ ਜਿਹੜਾ ਫਲੈਗ ਹੈ ਉਹ ਐਵੇਂ ਹੈ। ਫਲੈਗ ਸਿੰਬਲ ਦਾ ਸਭ ਨੂੰ ਪਤਾ ਹੀ ਐਵੇਂ ਬਣਦਾ ਹੈ। 3 ਸਰਕਲਸ ਨੇ, ਠੀਕ ਹੈ। ਫਿਰ ਉਸ ਤੋਂ ਵੱਡਾ ਇਹ, ਫਿਰ ਇਸ ਤੋਂ ਵੱਡਾ ਹੈ, ਠੀਕ ਹੈ। ਇਹ ਐਵੇਂ ਪਲੱਸ ਦਾ ਨਿਸ਼ਾਨ ਹੈ, ਐਵੇਂ ਉਰੇ ਸਾਈਡ ਤੇ ਟਾਹਣੀਆਂ ਨੇ, ਐਵੇਂ ਟਾਹਣੀਆਂ ਨੇ। ਆਉਰੇ ਵਰਲਡ ਦਾ ਮੈਪ ਹੈ। ਆਉਰੇ ਆਪਣਾ ਅਮਰੀਕਾ ਕੈਨੇਡਾ ਆ ਗਿਆ, ਠੀਕ ਹੈ। ਆਉਰੇ ਯੂਰਪ ਆ ਗਿਆ ਸਾਰਾ, ਆ ਏਸ਼ੀਆ ਆ ਗਿਆ। ਇਹ ਝੰਡਾ ਦਰਸਾਉਂਦਾ ਹੈ ਵੀ ਕੋਈ ਮਰਜ਼ੀ ਦੇਸ਼ ਹੋਵੇ ਉਹ ਯੂਐਨਓ ਦੇ ਅੰਦਰ ਮਤਲਬ ਆਪਣੀ ਜਿਹੜੀ ਮੈਂਬਰਸ਼ਿਪ ਹੈ ਉਹ ਲੈ ਸਕਦਾ ਹੈ। ਵੀ ਯੂਐਨਓ ਦਾ ਜਿਹੜਾ ਝੰਡਾ ਹੈ ਉਹ ਇਹ ਚੀਜ਼ ਦਰਸਾਉਂਦਾ ਹੈ ਵੀ ਯੂਐਨਓ ਦੇ ਲਈ ਹਰ ਇੱਕ ਦੇਸ਼ ਲਈ ਇਸ ਦੇ ਜਿਹੜੇ ਦਰਵਾਜ਼ੇ ਨੇ ਉਹ ਖੁੱਲ੍ਹੇ ਨੇ, ਵੀ ਕੋਈ ਮਰਜ਼ੀ ਦੇਸ਼ ਇਸ ਦੀ ਮੈਂਬਰਸ਼ਿਪ ਲੈ ਸਕਦਾ ਹੈ। ਠੀਕ ਹੈ, ਐਨੀ ਕੰਟਰੀ ਕੈਨ ਅਕਵਾਇਰ ਦ ਮੈਂਬਰਸ਼ਿਪ ਆਫ ਯੂਐਨਓ। ਐਨੀ ਕੰਟਰੀ ਕੈਨ acquire the membership of UN, ਵੀ ਕੋਈ ਮਰਜ਼ੀ ਦੇਸ਼ ਹੋਵੇ, ਛੋਟੇ ਤੋਂ ਛੋਟਾ, ਵੱਡੇ ਤੋਂ ਵੱਡਾ, ਉਹ ਯੂਐਨਓ ਦੀ ਮੈਂਬਰਸ਼ਿਪ ਲੈ ਸਕਦਾ ਹੈ। ਉਹ ਆਪਾਂ ਜਾਣਾਂਗੇ ਕਿਵੇਂ ਮਿਲਦੀ ਹੈ ਅੱਗੇ ਬਾਰੇ। ਠੀਕ ਹੈ, ਇਹ ਯੂਐਨਓ ਦਾ ਝੰਡਾ ਹੈ। ਹੁਣ ਆਪਾਂ ਗੱਲ ਕਰ ਲੈਂਦੇ ਹਾਂ ਜਿਹੜੀ ਯੂਐਨਓ ਹੈ ਉਸ ਵਿੱਚ ਜਿਹੜਾ ਕੰਮ ਹੈ, ਲਿਖਤੀ ਕੰਮ ਹੈ ਜਾਂ ਜਿਹੜਾ ਹੋਲ ਐਡਮਿਨਿਸਟ੍ਰੇਟਿਵ ਵਰਕ ਹੈ, ਮਤਲਬ ਕਿ ਪ੍ਰਸ਼ਾਸਨਿਕ ਕੰਮ ਹੈ ਸਾਰਾ, ਜਿਹੜਾ ਉਹ ਕਿਸ ਭਾਸ਼ਾਵਾਂ ਵਿੱਚ ਹੁੰਦਾ ਹੈ। ਜਿਵੇਂ ਸਾਡੀ ਇੰਡੀਆ ਦੀ ਪਾਰਲੀਮੈਂਟ ਹੈ, ਉਸ ਵਿੱਚ ਜਿਹੜਾ ਕੰਮ ਹੈ ਉਹ ਹਿੰਦੀ ਜਾਂ ਇੰਗਲਿਸ਼ ਵਿੱਚ ਹੁੰਦਾ ਹੈ। ਵੈਸੇ ਯੂਐਨਓ ਵਿੱਚ ਜਿਹੜਾ ਕੰਮ ਹੈ ਓਫੀਸ਼ੀਅਲੀ, ਵੈਸੇ ਤਾਂ ਉਹ 2 ਭਾਸ਼ਾਵਾਂ ਨਾਲ ਹੁੰਦਾ, ਪਰ ਇਹਦੀਆਂ 6 ਭਾਸ਼ਾਵਾਂ ਵਰਤੀਆਂ ਜਾਂਦੀਆਂ ਨੇ। ਵਰਤੀਆਂ 6 ਜਾਂਦੀਆਂ ਨੇ ਪਰ ਕੰਮ ਸਿਰਫ 2 ਨਾਲ ਹੁੰਦਾ। ਉਹ ਦੇਖਦੇ ਆਪਾਂ ਕਿਹੜੀਆਂ ਕਿਹੜੀਆਂ ਲੈਂਗੁਏਜਸ ਨੇ। ਸਭ ਤੋਂ ਪਹਿਲਾਂ ਆ ਜਾਂਦੀ ਹੈ ਆਪਣੀ, ਆਪਾਂ ਟ੍ਰਿਕ ਦੇਖਦੇ ਹਾਂ ਵੀ ਇਹਨੂੰ ਯਾਦ ਕਰਨ ਦਾ ਕੀ ਟ੍ਰਿਕ ਹੈ। ACERS, ਏ ਤੇ ਅਰੇਬਿਕ, ਸੀ ਤੇ ਚਾਈਨੀਜ਼, ਈ ਤੇ ਇੰਗਲਿਸ਼, ਐਫ ਤੇ ਫ੍ਰੈਂਚ, ਆਰ ਤੇ ਰਸ਼ੀਅਨ, ਐਸ ਤੇ ਸਪੈਨਿਸ਼।
ਇਹ 6 ਭਾਸ਼ਾਵਾਂ ਨੇ ਜਿਹੜੀ ਮੇਨਲੀ ਯੂਐਨਓ ਦੇ ਐਡਮਿਨਿਸਟ੍ਰੇਟਿਵ ਵਰਕ ਲਈ ਯੂਜ਼ ਹੁੰਦੀਆਂ ਹਨ, ਪਰ ਜਿਹੜਾ ਕੰਮ ਹੁੰਦਾ ਹੈ, ਜਿਹੜਾ ਯੂਐਨਓ ਦਾ ਹੋਲ ਆਫੀਸ਼ੀਅਲ ਕੰਮ ਹੁੰਦਾ ਹੈ, ਉਹ ਸਿਰਫ ਇਹਨਾਂ ਦੋ ਮਿਡਲ ਦੀਆਂ ਲੈਂਗੁਏਜ ਵਿਚਕਾਰ ਨਾਲ ਹੀ ਹੁੰਦਾ ਹੈ, ਇੰਗਲਿਸ਼ ਤੇ that is French. Okay. ये ट्रिक है ACEFRS, अरेबिक चाइनीज इंग्लिश फ्रेंच रशियन स्पेनिश, अरेबिक चाइनीज इंग्लिश फ्रेंच रशियन स्पेनिश, ये लैंग्वेजेस ने, ठीक है, ये लिख सकते हो तुसी, मैं रफ कर देना हाँ। अगे आप गल करते हैं यूएनओ के ऑर्गनस बारे। ਆਪਾਂ ਸਭ ਨੂੰ ਪਤਾ ਹੈ ਵੀ ਯੂਐਨਓ ਜਿਹੜੀ ਉਹ 1945 ਵਿੱਚ ਕਹਿ ਸਕਦੇ ਹਾਂ ਜਿਹੜੇ ਆਪਰੇਸ਼ਨਸ ਨੇ ਉਹ ਸਟਾਰਟ ਹੋ ਗਏ ਸਨ। ਤਾਂ ਕਿਵੇਂ ਕਿਵੇਂ ਹੋਏ, ਸਭ ਤੋਂ ਪਹਿਲਾਂ ਆਪਾਂ ਦੇਖਦੇ ਆਂ ਵੀ ਇਹਦੀ ਕਾਨਫਰੰਸ ਕਿੱਥੇ ਹੋਈ, ਇਹਦਾ ਚਾਰਟਰ ਕਿਵੇਂ ਤਿਆਰ ਹੋਇਆ, ਚਾਰਟਰ ਕਦੋਂ ਸਾਈਨਡ ਹੋਇਆ, ਠੀਕ ਹੈ, ਉਹ ਸਭ ਦੇਖਦੇ ਆਪਾਂ। ਤਾਂ ਯੂਐਨਓ ਕਹਿ ਸਕਦੇ ਹਾਂ ਯੂਨਾਈਟਿਡ ਨੇਸ਼ਨ ਆਰਗੇਨਾਈਜੇਸ਼ਨ ਜਿਹੜੀ ਇਹ ਇੱਕ ਇੰਟਰਨੈਸ਼ਨਲ ਬਾਡੀ ਹੈ। ਜਦੋਂ ਇਹ ਬਣਨੀ ਸੀ, ਮਤਲਬ ਇਸ ਦੇ ਬਣਨ ਤੋਂ ਪਹਿਲਾਂ ਜਿਹੜੇ ਅਮਰੀਕਾ ਦੇ ਰਾਸ਼ਟਰਪਤੀ ਸਨ, ਵੈਸੇ ਤਾਂ FD ਰੂਜ਼ਵੈਲਟ ਸਨ। ਯੂਐਨਓ ਤੋਂ ਬਣਨ ਤੋਂ ਪਹਿਲਾਂ ਸੈਕੰਡ ਵਰਲਡ ਵਾਰ ਹੋਈ ਸੀ। ਸੈਕੰਡ ਵਰਲਡ ਵਾਰ ਦੇ ਹੋਣ ਤੋਂ ਪਹਿਲਾਂ ਲੀਗ ਆਫ ਨੇਸ਼ਨ ਬਣੀ ਸੀ, ਜਿਹੜੀ 1920 ਵਿੱਚ ਬਣੀ ਸੀ, ਪਰ ਉਹ ਸਕਸੈਸਫੁਲ ਨਹੀਂ ਹੋ ਪਾਈ। ਉਹ ਕਹਿੰਦੀ ਸੀ ਕਿ ਮੈਂ ਵਰਲਡ ਵਾਰ ਸੈਕੰਡ ਹੋਣ ਨਹੀਂ ਦਿਆਂਗੀ। ਲੀਗ ਆਫ ਨੇਸ਼ਨ ਬਣੀ ਸੀ ਜਿਹੜੀ 1920 ਵਿੱਚ, 1920 ਵਿੱਚ, ਪਰ ਉਹ ਸਕਸੈਸਫੁਲ ਨਹੀਂ ਹੋ ਪਾਈ, ਠੀਕ ਹੈ, ਉਹ ਪੂਰੀ ਤਰ੍ਹਾਂ ਫੇਲਡ ਹੋ ਗਈ ਸੀ। ਫਿਰ ਬਾਅਦ ਵਿੱਚ ਸੈਕੰਡ ਵਰਲਡ ਵਾਰ ਸ਼ੁਰੂ ਹੋ ਗਿਆ। ਇਹ ਸੈਕੰਡ ਵਰਲਡ ਵਾਰ ਨੂੰ ਹੋਣ ਤੋਂ ਨਹੀਂ ਰੋਕ ਪਾਈ। ਸੈਕੰਡ ਵਰਲਡ ਵਾਰ ਸ਼ੁਰੂ ਹੋ ਗਿਆ, ਇਹ ਪੂਰੀ ਤਰ੍ਹਾਂ ਫੇਲ ਹੋ ਗਈ ਇਸ ਚੀਜ਼ ਨੂੰ ਰੋਕਣ ਵਿੱਚ, ਸੈਕੰਡ ਵਰਲਡ ਵਾਰ ਨੂੰ, ਠੀਕ ਹੈ। ਤਾਂ ਗੱਲ ਕਰਦੇ ਆਂ ਵੀ ਜਿਵੇਂ ਸੈਕੰਡ ਵਰਲਡ ਵਾਰ ਖਤਮ ਹੋਇਆ ਸੀ, ਜਦੋਂ ਜਾਪਾਨ ਨੇ ਆਪਣੀ ਹਾਰ ਮੰਨ ਲਈ ਸੀ, ਤਾਂ ਬਣੀ ਆਪਣੇ ਜਿਹੜੇ ਅਮਰੀਕਾ ਦੇ ਰਾਸ਼ਟਰਪਤੀ ਸਨ, ਉਸ ਸਮੇਂ ਅਮਰੀਕਾ ਦੇ ਰਾਸ਼ਟਰਪਤੀ ਚੇਂਜ ਹੋਏ ਸਨ, FD ਰੂਜ਼ਵੈਲਟ। ਲੀਗ ਆਫ ਨੇਸ਼ਨ ਦੇ ਸਮੇਂ ਵੁਡਰੋ ਵਿਲਸਨ ਸਨ, ਠੀਕ ਹੈ, ਪਰ ਜਦੋਂ ਯੂਨਾਈਟਿਡ ਨੇਸ਼ਨ ਆਰਗੇਨਾਈਜੇਸ਼ਨ बननी सी उस समय FD रूजवेल्ट सन। लीग ऑफ नेशन के टाइम कौन सा प्रेसिडेंट? लीग ऑफ नेशन के टाइम, नेशंस टाइम प्रेसिडेंट ऑफ अमेरिका that was Woodrow Wilson. Okay, Woodrow विल्सन। ये बंदा कहता मैं UN लीग ऑफ नेशन बनाऊंगा जिस करके मैं सेकंड वर्ल्ड वार नहीं होने दूंगा, पर ये पूरी तरह फेल्ड हो। कौन? लीग ऑफ नेशन। फिर आती है गल जो सेकंड वर्ल्ड वार खत्म हुई, जापान ने अपनी हार मान ली, ठीक है, तो अमेरिका के राष्ट्रपति सन FD रूजवेल्ट। उस समय अमेरिका के राष्ट्रपति कौन सन? 1945 विच, 1945 एट दैट टाइम प्रेसिडेंट ऑफ अमेरिका कौन सन? FD रूजवेल्ट, फ्रैंकलिन डी रूजवेल्ट कह सकते हैं आप, FD रूजवेल्ट। ये बंदा कहता मैं यूएनओ बनाऊंगा, मतलब कि यूएनओ का इन्हें जिक्र किया सी भी यूएनओ होनी चाहिए है जिहड़ी कि इंटरनेशनल टैरिटरी होवे, ना कि नैशनल। तो ये इन्ना का स्ट्रक्चर है थोड़ा जिहा। ਹੁਣ ਆਪਾਂ ਗੱਲ ਕਰ ਲੈਂਦੇ ਹਾਂ ਯੂਐਨਓ ਕਿਵੇਂ ਇਹਦੀ ਬਿਲਡਿੰਗ ਬਣੀ। ਯੂਐਨਓ ਦਾ ਜਿਹੜਾ ਹੈੱਡਕੁਆਟਰ ਹੈ ਪ੍ਰੈਜ਼ੈਂਟ ਟਾਈਮ ਵਿੱਚ ਨਿਊਯਾਰਕ ਵਿੱਚ ਹੈ। ਜਦੋਂ ਯੂਐਨਓ ਬਣਨੀ ਸੀ ਤਾਂ ਜਿਹੜਾ ਅਮਰੀਕਾ ਦਾ ਇੱਕ ਬੰਦਾ ਸੀ ਨਿਊਯਾਰਕ ਵਿੱਚ, ਜੌਹਨ ਡੀ ਰੌਕਫੈਲਰ। ਕੀ ਨਾਮ ਹੈ? ਜੌਹਨ ਡੀ ਰੌਕਫੈਲਰ। ਨੇਮ याद रखियो, इंपॉर्टेंट है ये। भी जॉन डी रॉकफेलर बंदा कहता है भी मैं न्यूयॉर्क मतलब कि यूएनओ बनाने ਲਈ ਆਪਣੀ ਜ਼ਮੀਨ ਹੈ ਜਿਹੜੀ ਉਹ ਇੰਟਰਨੈਸ਼ਨਲ ਟੈਰੀਟਰੀ ਦੇ ਫਾਰਮ ਵਿੱਚ ਯੂਜ਼ ਕਰਨ ਲਈ ਦੇਣ ਲਈ ਤਿਆਰ ਹਾਂ, ਠੀਕ ਹੈ। ਇਹਨੇ ਆਪਣੀ 17 ਏਕੜ ਦੀ ਜ਼ਮੀਨ ਹੈ ਜਿਹੜੀ ਉਹ ਡੋਨੇਟ ਕੀਤੀ। 17 ਏਕੜ ਲੈਂਡ ਡੋਨੇਟ, ਠੀਕ ਹੈ, ਵੀ ਇੰਟਰਨੈਸ਼ਨਲ ਟੈਰੀਟਰੀ ਹੋਵੇ। ਇਹ ਤੁਸੀਂ ਇਹ ਅਮਰੀਕਾ ਲਈ ਨਾ ਬਣਾਓ, ਇਹ ਇੰਟਰਨੈਸ਼ਨਲ ਟੈਰੀਟਰੀ ਬਣਾਓ ਇਸ ਨੂੰ, जिस विच पूरे विश्व का फायदा हो सके। जॉन डी रॉकफेलर ने अपनी जमीन दी 17 एकड़ डोनेट की, ठीक है, जिहड़े कि माउंट हटन बीच कोल है। बीच याद रखियो, माउंट हटन बीच न्यूयॉर्क विच, अमेरिका।
ਅਮਰੀਕਾ ਵਿੱਚ ਨਿਊਯਾਰਕ ਵਾਸ਼ਿੰਗਟਨ ਡੀਸੀ ਕੋਲ ਹੈ, ਠੀਕ ਹੈ। ਮਾਊਂਟ ਹਟਨ ਬੀਚ ਕੋਲ ਇਹਦਾ ਹੈੱਡਕੁਆਟਰ ਹੈ ਯੂਐਨਓ ਦਾ। 17 ਏਕੜ ਜ਼ਮੀਨ ਦਿੱਤੀ, ਠੀਕ ਹੈ, ਜੌਨ ਡੀ ਰੌਕਫੈਲਰ। ਇਹ ਚੀਜ਼ ਹੈ। ਹੁਣ ਆਪਾਂ ਗੱਲ ਕਰਦੇ ਹਾਂ ਵੀ ਯੂਐਨਓ ਦੀ ਕਾਨਫਰੰਸ ਵੀ ਹੋਈ ਸੀ ਇਸ ਨੂੰ ਬਣਾਉਣ ਲਈ। ਇਹਦੀ ਕਾਨਫਰੰਸ ਹੋਈ ਸੀ 24 ਅਪ੍ਰੈਲ 1945 ਨੂੰ। ਵੀ ਯੂਐਨਓ ਕਿਉਂ ਨਾ ਬਣਾਈ ਜਾਵੇ, ਯੂਐਨਓ ਦਾ ਚਾਰਟਰ ਤਿਆਰ ਕੀਤਾ ਜਾਵੇ, ਉਸ ਵਿੱਚ ਇਹਦਾ ਸੰਵਿਧਾਨ ਹੋਵੇ। ਉਸ ਰਿਲੇਟਡ 50 ਦੇਸ਼ਾਂ ਦੀ ਸਹਿਯੋਗਤਾ ਨਾਲ ਇਹਦੀ ਕਾਨਫਰੰਸ ਹੋਈ ਸੀ। 20 ਅਪ੍ਰੈਲ ਕਾਨਫਰੰਸ ਹੋਈ ਸੀ ਸਨ ਫਰਾਂਸਿਸਕੋ ਵਿੱਚ। ਸਨ ਫਰਾਂਸਿਸਕੋ ਵਿੱਚ 50 ਦੇਸ਼ ਮੈਂਬਰਾਂ ਦੀ ਸਹਿਯੋਗਤਾ ਨਾਲ ਕਾਨਫਰੰਸ ਹੋਈ ਸੀ ਸਨ ਫਰਾਂਸਿਸਕੋ ਵਿਖੇ 24 ਅਪ੍ਰੈਲ 1945। 50 ਮੈਂਬਰਸ ਕੰਟਰੀ 50 ਮੈਂਬਰ ਕੰਟਰੀ ਨਾਲ ਇਹਨਾਂ ਦੀ ਕਹਿ ਸਕਦੇ ਹਾਂ ਮੀਟਿੰਗ ਹੋਈ ਸੀ, ਕਾਨਫਰੰਸ ਹੋਈ ਸੀ ਸਨ ਫਰਾਂਸਿਸਕੋ। ਓਕੇ, ਪਤਾ ਲੱਗ ਗਿਆ ਨਾ। 24 ਅਪ੍ਰੈਲ 1945 ਨੂੰ ਇਹ ਗੱਲ ਕੀਤੀ ਗਈ ਵੀ ਯੂਐਨਓ ਬਣਾਈ ਜਾਵੇ, ਉਹਦਾ ਇੱਕ ਚਾਰਟਰ ਤਿਆਰ ਕੀਤਾ ਜਾਵੇ, ਉਸ ਵਿੱਚ ਉਹਦਾ ਸੰਵਿਧਾਨ ਹੋਵੇ, ਉਹਦੇ ਪਾਰਟਸ ਹੋਣ, ਉਹਦੀ ਏਜੰਸੀਜ਼ ਹੋਣ। ਓਕੇ, ਇਹ ਇਸ ਟ੍ਰੈਂਡ ਦਾ ਮੈਨੂੰ ਰਫ ਕਰ ਦਿੰਦਾ। ਆਈ ਹੋਪ ਇੰਨਾ ਨੋਟ ਕਰ ਲਿਆ ਹੋ ਤੁਸੀਂ। ਹੁਣ ਆਪਾਂ ਗੱਲ ਕਰਦੇ ਹਾਂ ਵੀ ਕਾਨਫਰੰਸ ਹੋਈ, ਠੀਕ ਹੈ, ਗੱਲਬਾਤ ਕੀਤੀ ਗਈ ਵੀ ਯੂਐਨਓ ਦਾ ਇੱਕ ਚਾਰਟਰ ਹੋਊਗਾ। ਉਹ ਚਾਰਟਰ ਜਿਹੜਾ ਬਣ ਕੇ ਤਿਆਰ ਹੋਇਆ ਸੀ ਉਹ 26 ਜੂਨ 1945 ਨੂੰ ਤਿਆਰ ਹੋਇਆ। ਮਤਲਬ ਕਿ 26 ਜੂਨ 1945 ਨੂੰ ਚਾਰਟਰ ਸਾਈਨ ਹੋਇਆ। ਆਖਿਰਕਾਰ 26 ਜੂਨ 1945 ਨੂੰ ਚਾਰਟਰ ਸਾਈਨਡ ਹੋਇਆ 50 ਦੇਸ਼ਾਂ ਮੈਂਬਰਾਂ ਦੀ ਸਹਿਮਤੀ ਨਾਲ। ਚਾਰਟਰ ਸਾਈਨਡ ਵਿਦ 50 ਕੰਟਰੀ ਮੈਂਬਰ। ਬਾਅਦ ਵਿੱਚ ਆ ਕੇ ਪੋਲੈਂਡ ਜੁੜ ਗਿਆ ਸੀ, ਜਿਸ ਕਰਕੇ ਇਹਨਾਂ ਦੀ ਗਿਣਤੀ 51 ਹੋ ਜਾਂਦੀ ਸੀ, ਠੀਕ ਹੈ। 50 ਕੰਟਰੀ ਮੈਂਬਰ ਪਲੱਸ ਪੋਲੈਂਡ 51 ਮੈਂਬਰ। ਓਕੇ, 51 ਮੈਂਬਰ ਕੰਟਰੀ ਵੈਨ ਪੋਲੈਂਡ ਐਡਡ। ਵੀ 26 ਜੂਨ 1945 ਨੂੰ ਚਾਰਟਰ ਤਿਆਰ ਹੋਇਆ ਯੂਐਨਓ ਦਾ, 50 ਦੇਸ਼ ਮੈਂਬਰਾਂ ਦੀ ਸਹਿਮਤੀ ਨਾਲ ਇਹ ਸਾਈਨਡ ਹੋਇਆ ਤੇ ਬਾਅਦ ਵਿੱਚ ਆ ਕੇ ਪੋਲੈਂਡ ਜੁੜ ਗਿਆ, ਜਿਸ ਕਰਕੇ ਇਹਨਾਂ ਦੀ ਗਿਣਤੀ 51 ਹੋ ਗਈ, ਠੀਕ ਹੈ। ਇਹ ਸੀ ਇਹਦਾ ਚਾਰਟਰ ਇਹਨਾਂ ਦਾ। ਹੁਣ ਆਪਾਂ ਗੱਲ ਕਰਦੇ ਹਾਂ ਯੂਐਨਓ ਦੇ ਆਪਰੇਸ਼ਨਸ ਕਦੋਂ ਸਟਾਰਟ ਹੋਏ। ਚਾਰਟਰ ਸਭ ਤਿਆਰ ਹੋ ਗਿਆ, ਮਤਲਬ ਕਿ ਹੁਣ ਇਹਦੇ ਮੇਨ ਫੰਕਸ਼ਨਸ ਦੀ ਜਿਹੜੀ ਵਾਰੀ ਆਈ ਕਦੋਂ ਸ਼ੁਰੂ ਹੋਈ, ਤਾਂ ਯੂਐਨਓ ਦੇ ਜਿਹੜੇ ਫੰਕਸ਼ਨਸ ਨੇ, ਆਪਰੇਸ਼ਨਸ ਨੇ, ਉਹ 24 ਅਕਤੂਬਰ 1945 ਨੂੰ ਸਟਾਰਟ ਹੋਈ ਸਨ, ਠੀਕ ਹੈ। 24 ਅਕਤੂਬਰ 1945 ਵਿੱਚ operation of UNO started. Operation of UNO started. ਜਿਸ ਦਿਨ ਯੂਐਨਓ ਦੇ ਆਪਰੇਸ਼ਨ ਸਟਾਰਟ ਹੋਏ ਸਨ 24 ਅਕਤੂਬਰ 1945 ਨੂੰ, ਉਸ ਦਿਨ ਨੂੰ ਅੱਜ ਵੀ ਯੂਐਨਓ ਡੇ ਮਨਾਇਆ ਜਾਂਦਾ ਹੈ। ਇੰਟਰਨੈਸ਼ਨਲ ਡੇ ਹੈ ਯੂਐਨਓ ਡੇ। ਕਦੋਂ ਹੁੰਦਾ ਹੈ ਤਾਂ ਯਾਦ ਰੱਖਿਓ 24 ਅਕਤੂਬਰ। ਵੈਸੇ ਜੇਕਰ ਦੇਖੀਏ 1945 ਤੋਂ ਲੈ ਕੇ 2024 ਤੱਕ 79 ਯੂਐਨਓ ਡੇਜ਼ ਮਨਾਏ ਜਾ ਚੁੱਕੇ ਹਨ। ਮਤਲਬ ਕਿ ਯੂਐਨਓ ਨੂੰ ਬਣੇ 79 ਈਅਰਸ ਕੰਪਲੀਟ ਹੋ ਚੁੱਕੇ ਹਨ। 79 ਈਅਰਸ ਕੰਪਲੀਟ ਆਫ ਯੂਐਨਓ ਡੇ ਕਹਿ ਸਕਦੇ ਆਪਾਂ, ਠੀਕ ਹੈ। ਵੀ ਯੂਐਨਓ ਨੂੰ ਬਣੇ ਹੋਏ ਜੇਕਰ ਕਿੰਨੇ ਸਾਲ ਹੋ ਗਏ 2024 ਵਿੱਚ ਕੁਐਸਚਨ ਆਵੇ ਤਾਂ ਕਿੰਨੇ ਹੋਣਗੇ 79 ਈਅਰਸ। ਓਕੇ, ਇਹ ਸੀ ਯੂਐਨਓ ਦੇ ਥੋੜਾ ਜਿਹਾ ਬੇਸਿਕਸ। ਹੁਣ ਆਪਾਂ ਗੱਲ ਕਰਦੇ ਹਾਂ ਇਹਦੇ ਆਰਗਨਸ ਬਾਰੇ। ਇਹ ਜੋ ਤੁਸੀਂ ਨੋਟ ਕਰ ਲਿਆ ਹੋਊਗਾ, ਮੈਂ ਰਫ ਕਰ ਦਿੰਦਾ ਇਹਨੂੰ। ਹੁਣ ਮੇਨ ਵਾਰੀ ਜਿਹੜੀ ਹੈ ਯੂਐਨਓ ਦੇ ਫੰਕਸ਼ਨਸ ਬਾਰੇ। ਯੂਐਨਓ ਦੇ ਜਿਹੜੇ ਆਪਣੇ ਆਰਗਨਸ ਨੇ, ਮੇਨ ਉਹੀ ਚੀਜ਼ ਹੈ। ਯੂਐਨਓ 6 ਆਰਗਨ, 6 3 4। ਫਸਟ ਆ ਜਾਂਦਾ ਹੈ ਆਪਣਾ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਕਹਿ ਸਕਦੇ ਹਾਂ, ਠੀਕ ਹੈ। ਇੰਟਰਨੈਸ਼ਨਲ ਕੋਰਟ ਆਫ ਜਸਟਿਸ
सेकंड आ जाता है अपना जनरल असेंबली, थर्ड आ जाता है अपना इकोनॉमिक सोशल काउंसिल, फोर्थ आ जाता है अपना ट्रस्टीशिप काउंसिल, फिफ्थ आ जाता है अपना यूनाइटेड नेशन सिक्योरिटी काउंसिल, ठीक है, सिक्योरिटी काउंसिल, लिख देना मैं सिक्योरिटी काउंसिल। तो सिक्स्थ आ जाता है अपना सेक्रेटरीट, सेक्रेटरीट। AUN के 6 पार्ट्स ने, 6 ऑर्गन्स ने। फर्स्ट इज इंटरनेशनल कोर्ट ऑफ जस्टिस, जिसमें ਆਪਾਂ सुप्रीम कोर्ट ऑफ द वर्ल्ड भी कह ਦਿੰਦੇ ਹਾਂ। ਸੈਕੰਡ ਆ ਜਾਂਦਾ ਆਪਣਾ ਜਨਰਲ ਅਸੈਂਬਲੀ, ਜਿਸਨੂੰ ਆਪਾਂ ਪਾਰਲੀਮੈਂਟ ਆਫ ਦ ਵਰਲਡ ਵੀ ਕਹਿੰਦੇ ਹਾਂ। ਥਰਡ ਆ ਜਾਂਦਾ ਆਪਣਾ ਇਕਨੋਮਿਕ ਸੋਸ਼ਲ ਕਾਉਂਸਿਲ, ਜਿਹੜੀ ਇਕਨੋਮਿਕ ਸੋਸ਼ਲ ਤੌਰ ਤੇ ਕੰਟਰੀਜ਼ ਨੂੰ ਅਪਲਿਫਟਮੈਂਟ ਕਰਨ ਲਈ ਨੈਸੈਸਰੀ। ਫੋਰਥ ਆ ਜਾਂਦੀ ਆਪਣੀ ਟਰਸਟੀਸ਼ਿਪ ਕਾਉਂਸਿਲ। ਇਹ UN ਦਾ ਇੱਕ ਅਜਿਹਾ ਆਰਗਨ ਹੈ ਜਿਹੜਾ ਇਨਐਕਟਿਵ ਹੈ ਪ੍ਰੈਜ਼ੈਂਟ ਡੇ ਵਿੱਚ। ਉਹ ਆਪਾਂ ਜਾਣਾਂਗੇ ਇਸ ਵਿੱਚ ਕਦੋਂ ਹੋ, ਕਿਵੇਂ ਹੋਇਆ, ਕਿਉਂ ਹੋਇਆ, ਠੀਕ ਹੈ। ਤੇ ਫਿਫਥ ਆ ਜਾਂਦਾ ਆਪਣਾ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਿਲ, ਜਿਸਨੂੰ ਆਪਾਂ ਪੁਲਿਸਮੈਨ ਆਫ ਦਾ ਵਰਲਡ ਵੀ ਕਹਿ ਦਿੰਦੇ ਹਾਂ। ਸੈਕਟਰੀਏਟ ਆ ਜਾਂਦਾ ਜਿਹੜਾ ਕਿ UN ਨੂੰ ਹੋਲ UN ਰਿਪਰੈਜ਼ੈਂਟ ਕਰਦਾ ਹੈ, ਚੀਫ ਸੈਕਟਰੀਏਟ ਆਫ ਸੈਕਟਰੀਏਟ। ਓਕੇ, ਇਹ ਨੇ ਇਹਦੇ ਆਰਗਨਸ। ਡਿਸਕਸ ਕਰਦੇ ਆਪਾਂ ਇਹਨਾਂ ਬਾਰੇ। ਇਹ ਸੀ UN ਦੇ 6 ਆਰਗਨਸ, ਠੀਕ ਹੈ। ਹੁਣ ਆਪਾਂ ਗੱਲ ਕਰਦੇ ਹਾਂ ਫਸਟ ਜਿਹੜਾ ਆਪਣਾ ਇੰਟਰਨੈਸ਼ਨਲ ਕੋਰਟ ਆਫ ਜਸਟਿਸ, ਇਸ ਦੇ ਬਾਰੇ ਦੇਖ ਲੈਂਦੇ ਹਾਂ। फर्स्ट अपना आ जाता है इंटरनेशनल कोर्ट ऑफ जस्टिस, जिसमें मैं शॉर्ट में लिख देना है ICJ, ठीक है। इंटरनेशनल कोर्ट ऑफ जस्टिस ਨੂੰ सुप्रीम कोर्ट ऑफ द वर्ल्ड भी कहा जाता है, क्योंकि सुप्रीम कोर्ट ऑफ द वर्ल्ड, सुप्रीम कोर्ट ऑफ द वर्ल्ड एग्जाम में पूछा जा सकता है भी सुप्रीम कोर्ट ऑफ द वर्ल्ड किस ਨੂੰ ਕਿਹਾ ਜਾਂਦਾ ਹੈ, ਤਾਂ इंटरनेशनल कोर्ट ऑफ जस्टिस। इंटरनेशनल कोर्ट ऑफ जस्टिस की चीज़ है, UN का एक ऑर्गन है। ओके, ਜਿਹੜਾ सुप्रीम कोर्ट ऑफ द वर्ल्ड है भी इसका सिर्फ एक ही काम है, टू पीस मेनटेन एंड सिक्योरिटी एट इंटरनेशनल लैवल। बस इसका ਜਿਹੜੇ ਵੱਡੇ ਕੇसेस ਨੇ ਕਹਿ ਸਕਦੇ ਹਾਂ ਅੰਤਰਰਾਸ਼ਟਰੀ ਪੱਧਰ ਉੱਤੇ ਜਿੰਨੇ ਵੀ ਕੇसेस ਨੇ, ਜਿਵੇਂ ਸਾਡੀ ਇੰਡੀਆ ਸੁਪਰੀਮ ਕੋਰਟ ਹੈ ਉਸ ਵਿੱਚ ਕੇसेस ਆਉਂਦੇ ਹਨ, ਠੀਕ ਹੈ। ਵੈਸੇ ਹੀ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਹੈ ਜਿਹੜੀ ਕਿ टू व्यू द केसेस एट इंटरनेशनल लेवल, ठीक है। की काम है टू व्यू द केसेस एट इंटरनेशनल लेवल एट इंटरनेशनल डिस्प्यूट्स रिगार्डिंग, ठीक है। इंटरनेशनल डिस्प्यूट्स रिगार्डिंग हो जाता है अपना बिटवीन अनदर कंट्री विद ईच अदर कंट्री, भी किसी दूजे देश का आपसी देश नाल ਜਿਹੜਾ ਲੜਾਈ ਝਗੜਾ ਹੈ ਉਸਦੇ ਕੇਸ ਜਿਹੜੇ ਜਾਂਦੇ ਨੇ ਆਪਣੇ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਵਿੱਚ। ਡਿਸਪਿਊਟਸ ਬਿਟਵੀਨ ਕੰਟਰੀ ਵਿਦ ਅਨਦਰ ਕੰਟਰੀ, ਵੀ ਕਿਸੇ ਇੱਕ ਦੇਸ਼ ਦਾ ਜੇਕਰ ਦੂਜੇ ਦੇਸ਼ ਨਾਲ ਕੋਈ ਲੜਾਈ ਝਗੜਾ ਹੋ ਜਾਂਦਾ ਹੈ ਤਾਂ ਉਹਦੇ ਜਿਹੜੇ ਡਿਸਪਿਊਟਸ ਰਿਗਾਰਡਿੰਗ ਰਿਲੇਸ਼ਨਸ ਨੇ ਉਹ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਸੋਲਵ ਕਰਦੀ ਹੈ। ਇਹ ਇੰਨਾ ਕਿਹਦਾ ਕੰਮ ਹੈ। ਹੁਣ ਆਪਾਂ ਗੱਲ ਕਰ ਲੈਂਦੇ ਹਾਂ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਵਿੱਚ ਜੱਜਸ ਵੀ ਹੁੰਦੇ ਹਨ, ਜਿਵੇਂ ਸਾਡੀ ਸੁਪਰੀਮ ਕੋਰਟ ਆਫ ਦਾ ਇੰਡੀਆ ਹੈ, ਵੈਸੇ ਹੀ ਸੁਪਰੀਮ ਕੋਰਟ ਆਫ ਦਾ ਵਰਲਡ ਵਿੱਚ ਵੀ ਜੱਜਸ ਹੋਣਗੇ। ਇੰਡੀਆ ਵਿੱਚ ਵੀ ਜੱਜ ਹੈਗੇ ਨੇ, ਜਿਵੇਂ ਸਾਡਾ ਚੀਫ ਜਸਟਿਸ ਆਫ ਇੰਡੀਆ ਹੈ ਵੈਸੇ ਹੋਰ ਜੱਜ ਵੀ ਰਹਿੰਦੇ ਹਨ, ਠੀਕ ਹੈ। ਹੁਣ ਆਪਾਂ ਗੱਲ ਕਰਦੇ ਹਾਂ ਵੀ ਇਸ ਵਿੱਚ ਕਿੰਨੇ ਜੱਜ ਹੁੰਦੇ ਹਨ, ਕਿਵੇਂ ਇਲੈਕਟ ਹੁੰਦੇ ਹਨ, ਕਿੰਨਾ ਉਹਨਾਂ ਦਾ ਟੈਨਰ ਹੁੰਦਾ ਹੈ, ਉਹ ਸਭ ਦੇਖਦੇ ਹਾਂ। ਇੰਟਰਨੈਸ਼ਨਲ ਕੋਰਟ ਆਫ ਜਸਟਿਸ ਦੇ 15 ਜੱਜਸ ਹੁੰਦੇ ਹਨ, 15 जजेस होंगे हैं, ठीक है। इलैक्ट बाय जनरल असैंबली, ये इलैक्ट बाय जनरल असैंबली होंगे हैं, इलैक्ट बाय जनरल असैंबली, ओके। ਤੇ ਇਹਨਾਂ ਜਿਹੜਾ ਟੈਨਰ ਹੁੰਦਾ ਹੈ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਦੇ ਜੱਜਾਂ ਦਾ ਜਿਹੜਾ ਟੈਨਰ ਹੁੰਦਾ ਹੈ ਉਹ ਸਿਰਫ 9 ਸਾਲ ਦਾ ਹੁੰਦਾ ਹੈ।
ਟੈਨਰ ਕਿੰਨਾ ਹੁੰਦਾ ਹੈ 9 ਸਾਲ ਦਾ। 9 ਸਾਲ ਦਾ ਟੈਨਰ ਹੁੰਦਾ ਹੈ। 15 ਜੱਜ ਹੁੰਦੇ ਹਨ ਬਾਈ ਇਲੈਕਟ ਜਨਰਲ ਅਸੈਂਬਲੀ ਦੁਆਰਾ। ਵੀ ਜੇਕਰ ਆਪਣੇ ਕਹਿ ਸਕਦੇ ਹਾਂ ਵੀ ਕੰਮਕਾਜ ਸ਼ੁਰੂ ਕਰਨਾ ਹੋਵੇ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਦਾ ਹੀਅਰਿੰਗ ਸ਼ੁਰੂ ਕਰਨੀ ਹੋਵੇ ਤਾਂ ਉਸ ਲਈ ਕਿੰਨੇ ਜੱਜ ਚਾਹੀਦੇ ਹਨ 9। ਜੇਕਰ 9 ਜੱਜ ਹੋਣਗੇ 9 ਜੱਜ ਕੋਰਮ ਚਾਹੀਦਾ। ਕਿੰਨਾ ਚਾਹੀਦਾ ਕੋਰਮ 9। ਕੋਰਮ ਕਿੰਨਾ ਚਾਹੀਦਾ ਆਪਣਾ 9। ਵੀ ਜੇਕਰ 9 ਜੱਜ ਹੋਣਗੇ ਤਾਂ ਜਾ ਕੇ ਕੇਸਸ ਤੇ ਹੀਅਰਿੰਗ ਸ਼ੁਰੂ ਹੋਊਗੀ। ਠੀਕ ਹੈ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਦੀ। ਇਹ ਸੀ ਆਪਣਾ ਇੰਟਰਨੈਸ਼ਨਲ ਕੋਰਟ ਆਫ ਜਸਟਿਸ। ਨੈਕਸਟ ਗੱਲ ਕਰ ਲੈਂਦੇ ਹਾਂ ਆਪਾਂ ਜਨਰਲ ਅਸੈਂਬਲੀ। ਜਨਰਲ ਅਸੈਂਬਲੀ ਨੈਕਸਟ ਆ ਜਾਂਦਾ ਆਪਣਾ ਜਨਰਲ ਅਸੈਂਬਲੀ, ਜਿਸ ਨੂੰ ਕਿ ਪਾਰਲੀਮੈਂਟ ਆਫ ਦਾ ਵਰਲਡ ਵੀ ਕਿਹਾ ਜਾਂਦਾ ਹੈ। ਪਾਰਲੀਮੈਂਟ ਆਫ ਦਾ ਵਰਲਡ। ਪਾਰਲੀਮੈਂਟ ਆਫ ਦਾ ਵਰਲਡ ਯਾਨੀ ਕਿ ਵਿਸ਼ਵ ਦੀ ਸੰਸਦ। ਜਿਵੇਂ ਕਿ ਸਾਡੇ ਇੰਡੀਆ ਵਿੱਚ ਪਾਰਲੀਮੈਂਟ ਆਫ ਇੰਡੀਆ ਹੈ, ਉਸ ਵਿੱਚ ਰੂਲਸ ਬਣਦੇ ਹਨ, ਲਾਜ਼ ਬਣਦੇ ਹਨ। ਠੀਕ ਹੈ ਵੈਸੇ ਹੀ ਜਨਰਲ ਅਸੈਂਬਲੀ ਵਿੱਚ ਵੀ ਪਾਰਲੀਮੈਂਟ ਆਫ ਦਾ ਵਰਲਡ ਹੈ, ਜਿਸ ਨੂੰ ਕਿਹਾ ਜਾਂਦਾ ਹੈ। ਰੂਲਸ ਬਣਦੇ ਹਨ ਰਿਗਾਰਡਿੰਗ ਯੂਐਨਓ ਬਜਟਸ, ਰਿਗਾਰਡਿੰਗ ਯੂਐਨਓ ਡਾਟਾ ਐਨਾਲਾਈਜ਼ਰ, ਉਹ ਸਭ ਕੰਮਕਾਜ ਜਨਰਲ ਅਸੈਂਬਲੀ ਵਿੱਚ ਹੁੰਦਾ ਹੈ। ਜਿਹੜੀ ਜਨਰਲ ਅਸੈਂਬਲੀ ਹੈ ਯਾਨੀ ਕਿ ਮਹਾਸਭਾ, ਇਸ ਮਹਾਸਭਾ ਵਿੱਚ ਵੀ ਜਦੋਂ ਦੀ ਮੀਟਿੰਗ ਹੁੰਦੀ ਹੈ ਸਤੰਬਰ ਤੋਂ ਦਸੰਬਰ ਮਹੀਨੇ ਵਿਚਕਾਰ। ਠੀਕ ਹੈ ਮੀਟਿੰਗ ਕਦੋਂ ਕਦੋਂ ਹੁੰਦੀ ਹੈ ਸਤੰਬਰ ਟੂ ਦਸੰਬਰ ਮੰਥ। ਠੀਕ ਹੈ ਤਾਂ ਇਸ ਮੀਟਿੰਗ ਵਿੱਚ ਜਦੋਂ ਜਨਰਲ ਅਸੈਂਬਲੀ ਦੀ ਮੀਟਿੰਗ ਹੁੰਦੀ ਹੈ ਤਾਂ ਇਸ ਵਿੱਚ ਜਿੰਨੇ ਦੇਸ਼ ਯੂਐਨ ਮੈਂਬਰ ਹਨ 193 ਕੰਟਰੀ ਮੈਂਬਰ ਨੇ ਯੂਐਨਓ ਦੇ, ਤਾਂ ਉਹ 193 ਕੰਟਰੀਆਂ ਦੇ ਵਿੱਚੋਂ ਇੱਕ ਇੱਕ ਰਿਪਰੈਜ਼ੈਂਟੇਟਿਵ ਆਉਣਾ ਜ਼ਰੂਰੀ ਹੈ ਜਨਰਲ ਅਸੈਂਬਲੀ ਵਿੱਚ ਜਦੋਂ ਵੀ ਇਹਦੀ ਮੀਟਿੰਗ ਹੋਊਗੀ। ਵੀ one representative necessary in the meeting of general assembly. One representative should be come in general assembly। इस शॉर्ट में लिखता मैं भी एक रिप्रेजेंटेटिव ਜਿਹੜਾ ਜਿੰਨੇ ਵੀ 193 ਦੇਸ਼ ਮੈਂਬਰ ਹਨ ਉਹਨਾਂ 193 ਦੇਸ਼ਾਂ ਵਿੱਚੋਂ ਇੱਕ ਇੱਕ ਰਿਪਰੈਜ਼ੈਂਟੇਟਿਵ ਇਹਨਾਂ ਦਾ ਆਉਣਾ ਜ਼ਰੂਰੀ ਹੈ, ਜਿਹਨੂੰ ਅਸੀਂ ਹੈਡਸ ਆਫ ਸਟੇਟ ਕਹਿੰਦੇ ਹਾਂ। ਇੱਥੇ ਸਟੇਟਸ ਦੀ ਗੱਲ ਮੈਂ ਯੂਪੀ, ਬਿਹਾਰ, ਮਹਾਰਾਸ਼ਟਰ ਦੀ ਨਹੀਂ ਕਰ ਰਿਹਾ। ਇੱਥੇ ਹੈਡਸ ਆਫ ਸਟੇਟ ਮੈਂ ਰਿਪਰੈਜ਼ੈਂਟ ਕਰ ਰਿਹਾ ਕੰਟਰੀਜ਼ ਨੂੰ, ਜਿਵੇਂ ਕਿ ਅਮਰੀਕਾ ਹੋ ਗਿਆ, ਚਾਈਨਾ ਹੋ ਗਿਆ, ਇਸ ਤਰ੍ਹਾਂ। ਠੀਕ ਹੈ ਵਨ ਰਿਪਰੈਜ਼ੈਂਟੇਟਿਵ ਕਿਸੇ ਵੀ ਕੰਟਰੀ ਵਿੱਚੋਂ ਇੱਕ ਇੱਕ ਆਉਣਾ ਜ਼ਰੂਰੀ ਹੈ। ਵੱਧ ਤੋਂ ਵੱਧ 5 ਆ ਸਕਦੇ ਹਨ ਪਰ ਆਉਣਗੇ ਪਰ ਇੱਕ ਹੀ। ਵੱਧ ਕਹਿ ਸਕਦੇ ਹਾਂ ਵੀ ਆਉਣਾ ਇੱਕ ਨਹੀਂ ਵੀ ਜ਼ਰੂਰੀ ਹੈ ਪਰ ਵੱਧ ਤੋਂ ਵੱਧ 5 ਆ ਸਕਦੇ ਹਨ। ਮਿਨੀਮਮ 1 ਆ ਸਕਦੇ ਹਨ। ਠੀਕ ਹੈ ਜਿਹੜਾ ਕਿ ਨੈਸੈਸਰੀ ਹੈ ਮਿਨੀਮਮ 1, ਮੈਕਸਿਮਮ 5, ਮੈਕਸਿਮਮ 5। ਪਰ ਜਿਹੜੇ ਇਹ ਪੰਜੇ ਨੇ ਗੱਲ ਇਹ ਇੱਕੇ ਕਰਨਗੇ। ਜਿਹੜੇ ਇਹ ਪੰਜੇ ਨੇ ਗੱਲ ਇਹ ਇੱਕੇ ਕਰਨਗੇ। ਠੀਕ ਹੈ ਰਿਪਰੈਜ਼ੈਂਟੇਟਿਵ। ਹੁਣ ਆਪਾਂ ਗੱਲ ਕਰਦੇ ਹਾਂ ਜਨਰਲ ਅਸੈਂਬਲੀ ਦੇ ਕੀ ਕੰਮ ਨੇ। To prepare plans, budgets regarding UNO, data, reports, etc. ठीक है to prepare data, informations, okay, reports। ਤੇ ਇਹ ਜਨਰਲ ਅਸੈਂਬਲੀ ਇਹ ਚੀਜ਼ ਵੀ ਡਿਸਾਈਡ ਕਰਦੀ ਹੈ ਜਦੋਂ ਇਸ ਵਿੱਚ 193 ਕੰਟਰੀ ਮੈਂਬਰਸ ਰਿਪਰੈਜ਼ੈਂਟੇਟਿਵ ਮੌਜੂਦ ਹੁੰਦੇ ਹਨ ਵੀ ਕਿਸ ਕੰਟਰੀ ਨੂੰ ਮੈਂਬਰਸ਼ਿਪ ਦੇਣੀ ਹੈ, ਕਿਸ ਕੰਟਰੀ ਤੋਂ ਮੈਂਬਰਸ਼ਿਪ ਲੈਣੀ ਹੈ। ਓਕੇ ਇਹ ਚੀਜ਼ ਹੈ ਵੀ 193 ਕੰਟਰੀਜ਼ ਮੈਂਬਰ 193 country member decide to who's give the membership of UNO and ठीक है ये चीज है 193 country member to decide to give membership of which country ਵੀ ਕਿਸ ਦੇਸ਼ ਨੂੰ ਮੈਂਬਰਸ਼ਿਪ ਦੇਣੀ ਹੈ ਤੇ ਕਿਸ ਦੇਸ਼ ਤੋਂ ਮੈਂਬਰਸ਼ਿਪ ਲੈਣੀ ਹੈ। ਇਹ ਇਹਨਾਂ ਕੰਮ ਹੈਗਾ ਜਨਰਲ ਅਸੈਂਬਲੀ ਦਾ। ਹੁਣ ਅੱਗੇ ਦੇਖਦੇ ਹਾਂ ਆਪਾਂ ਜਨਰਲ ਅਸੈਂਬਲੀ ਦੇ ਹੋਰ ਕੰਮ ਵੀ ਕਿਸ ਕਿਸ ਚੀਜ਼ ਨੂੰ ਕਿਸ ਆਫੀਸ਼ੀਅਲਸ ਨੂੰ ਇਹ ਅਪੁਆਇੰਟ ਕਰਦੀ ਹੈ ਜਨਰਲ ਅਸੈਂਬਲੀ। ਇਹ ਇਹਨਾਂ ਦਾ ਕੰਮ ਹੈ, ਆਈ ਹੋਪ ਤੁਸੀਂ ਨੋਟ ਕਰ ਲਿਆ ਹੋਊਗਾ।
रफ कर देते हैं। ਹੁਣ ਆਪਾਂ ਗੱਲ ਕਰਦੇ ਹਾਂ ਜਨਰਲ ਅਸੈਂਬਲੀ ਕਿਸ ਕਿਸ ਆਫੀਸ਼ੀਅਲਸ ਨੂੰ ਅਪਾਇੰਟ ਕਰਦੀ ਹੈ। ਤਾਂ ਸਭ ਤੋਂ ਪਹਿਲਾਂ ਆਪਾਂ ਪਿੱਛੇ ਪੜ੍ਹਿਆ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਦੇ 15 ਜੱਜ ਹੁੰਦੇ ਹਨ ਜਿਹੜੇ ਉਹ ਜਨਰਲ ਅਸੈਂਬਲੀ ਦੁਆਰਾ ਇਲੈਕਟ ਹੁੰਦੇ ਹਨ। ਟੂ ਇਲੈਕਟ ਦ ਜੱਜਸ ਆਫ इंटरनेशनल कोर्ट ऑफ जस्टिस, ठीक है, फिर शॉर्ट में लिखता इंटरनेशनल कोर्ट ऑफ जस्टिस। सैकेंड आ जाता है अपना इकोनॉमिक सोशल काउंसिल के जो 54 मैंबरस ने वो बाय इलैक्ट होंगे हैं जनरल असैंबली द्वारा। इकोनॉमिक सोशल काउंसिल 54 मैंबर्स इलैक्ट। थर्ड आ जाता है अपना चीफ सैकटरीएट इलैक्ट करना। जो सैकटरीएट है अपना यूएन का एक ऑर्गन है तो उस सैकटरीएट का चीफ सैकटरीएट है जो कि होल यूएन को रिप्रेजेंट करता है वो बाय इलैक्ट होता है जनरल असैंबली द्वारा। टू इलैक्ट चीफ सैकटरीएट, ठीक है। तो फोर्थ आ जाता है अपना इस सिक्योरिटी काउंसिल के जो 10 टैंपरेरी मैंबरस ने उन्होंने भी इलैक्ट करती है। 5 तो वो परमानेंट मैंबर रहेंगे सिक्योरिटी काउंसिल जिन्होंने को वीटो पावर है वो आप अगे देखेंगे। टू इलैक्ट द टेम्परेरी मैंबर्स ऑफ सिक्योरिटी काउंसिल, टेम्परेरी मैंबर ऑफ सिक्योरिटी काउंसिल, सिक्योरिटी काउंसिल के जिहड़े मैंबर होंगे हैं, ठीक है, 10 मैंबर्स ਜਿਹੜੇ ਸਿਕਿਉਰਿਟੀ ਕਾਉਂਸਲ ਦੇ 10 ਟੈਂਪਰੇਰੀ ਮੈਂਬਰਸ ਹੁੰਦੇ ਹਨ ਉਹਨਾਂ ਨੂੰ ਜਨਰਲ ਅਸੈਂਬਲੀ ਇਲੈਕਟ ਕਰਦੀ ਹੈ। 5 ਤਾਂ ਪਰਮਾਨੈਂਟ ਹੀ ਰਹਿਣਗੇ। ਇਹ ਹੈ ਜੀ ਅਪਾਇੰਟਮੈਂਟਸ ਵੀ ਕਿਸ ਕਿਸ ਨੂੰ ਇਹ ਅਪਾਇੰਟ ਕਰਦੀ ਹੈ। ਹੁਣ ਆਪਾਂ ਗੱਲ ਕਰ ਲੈਂਦੇ ਹਾਂ ਇਹਦੀ ਮੀਟਿੰਗਸ ਬਾਰੇ। ਆਈ ਹੋਪ ਤੁਸੀਂ ਇੰਨਾ ਨੋਟ ਕਰ ਲਿਆ ਹੋਗਾ, ਰਫ ਕਰ ਦਿੰਦਾ ਜੀ। ਜਿਹੜੀ यूएन जनरल असैंबली है ਜਿਹੜਾ यूएन ਦਾ ਆਰਗਨ ਹੈ ਇਹਦੀ ਪਹਿਲੀ ਮੀਟਿੰਗ ਅਮਰੀਕਾ ਵਿੱਚ ਨਹੀਂ ਹੋਈ ਸੀ। ਇਹਦੀ ਪਹਿਲੀ ਮੀਟਿੰਗ ਹੋਈ ਸੀ 10 जनवरी 1946 ਨੂੰ ਲੰਡਨ ਵਿਖੇ। ਨੋਟ ਇਨ ਅਮਰੀਕਾ, ਓਨਲੀ ਔਨ ਲੰਡਨ, ਜਿਹਨੂੰ ਯੂਕੇ ਕਹਿੰਦੇ ਆਪਾਂ, ਲੰਡਨ लंडन विखे की पहली मीटिंग हुई सी। फर्स्ट मीटिंग याद रखियो कदों हुई सी जनरल असैंबली की, ये पूछा जा सकता है एग्जाम में। 10 जनवरी 1946 लंडन विखे हुई सी। उदो 51 देश है सन, 51 देश, नॉट 193 दैट वर एट दैट टाइम ओनली ऑन 51 मेंबर्स, 50 मेंबर कंट्री प्रेजेंट इन मीटिंग। ठीक है, ये इन्ना का मीटिंग का स्ट्रक्चर है भी। जनरल असैंबली जी पहली मीटिंग हुई सी वो 10 जनवरी 1946 में लंडन विखे हुई सी। उदों 50 देश मैंबर सन इसके, ठीक है। इंडिया भी उदों हैगा सी इहदा फाउंडर मैंबर, इंडिया हुण भी इहदा मैंबर है, ठीक है। हुण आपां गल कर लैंदे हां अगे थर्ड पार्ट दी यूएनओ दे। ये सी अपना जनरल असैंबली सैकेंड ऑर्गन। थर्ड आया था अपना इकोनॉमिक सोशल काउंसिल, इकोनॉमिक सोशल काउंसिल यानी कि आर्थिक सामाजिक सभा, आर्थिक सामाजिक परिषद कह सकते हैं आप, ठीक है। इधर सिर्फ इन्ना काम है भी यह इकोनॉमिकली किसी भी देश में जेकर वीक है तो उसनों कह सकते हैं, जेकर उस देश को खाने की कमी है तो उसनों खाना प्रोवाइड कराउंदी है, बस इन्ना कहता काम है, ठीक है। टू इकोनॉमिकली एंड सोशली प्रोग्रेस हेल्प इन कंट्री, किसी भी देश की आर्थिक तो समाजिक रूप में मदद करने लिए इकोनॉमिक सोशल काउंसिल की जी ऑर्गन है यह वर्क करता है। तो ये 54 मैंबर होंगे हैं।
मैं रफ कर दिंदा ਇਹਨੂੰ 54 ਇਹਦੇ ਮੈਂਬਰ ਹੁੰਦੇ ਹਨ ਬਾਈ ਇਲੈਕਟ ਜਿਹੜਾ ਆਪਾਂ ਪਿੱਛੇ ਪੜਿਆ ਹੈ ਜਨਰਲ ਅਸੈਂਬਲੀ ਦੁਆਰਾ ਇਲੈਕਟ ਹੁੰਦਾ ਹੈ 54 ਮੈਂਬਰ ਜਿਹੜੇ ਹੁੰਦੇ ਹਨ ਇਕਨੋਮਿਕ ਸੋਸ਼ਲ ਕਾਉਂਸਿਲ ਦੇ ਉਹ ਬਾਈ ਜਨਰਲ ਅਸੈਂਬਲੀ ਦੁਆਰਾ ਇਲੈਕਟ ਹੁੰਦੇ ਹਨ ਠੀਕ ਹੈ 54 ਮੈਂਬਰ ਇਲੈਕਟ ਬਾਈ ਜਨਰਲ ਅਸੈਂਬਲੀ ਇਲੈਕਟ ਬਾਈ ਜਨਰਲ ਅਸੈਂਬਲੀ ਇਹਨਾਂ ਦਾ ਕਾਰਜਕਾਲ ਸਿਰਫ 3 ਸਾਲ ਦਾ ਹੁੰਦਾ ਹੈ 3 ईयर ਟੈਨਿਓਰ ਹੁੰਦਾ ਹੈ 54 ਮੈਂਬਰਸ ਦਾ 3 ईयर ਟੈਨਿਓਰ ਹੁੰਦਾ ਹੈ ਠੀਕ ਹੈ ਤੇ ਇਹਨਾਂ ਦਾ ਇੱਕ ਹੈੱਡ ਹੁੰਦਾ ਹੈ ਸੀਨੀਅਰ ਹੁੰਦਾ ਹੈ ਇੱਕ ਸੀਨੀਅਰ ਹੁੰਦਾ ਇਹਨਾਂ ਦਾ ਜਿਹੜਾ ਕਿ ਬਾਈ ਇਲੈਕਟ ਹੁੰਦਾ ਹੈ ਇਹਨਾਂ ਆਪਸ ਵਿੱਚੋਂ ਵੀ ਇਹ ਆਪਣੇ ਆਪ ਵਿੱਚੋਂ ਹੀ ਆਪਣੇ ਸੀਨੀਅਰ ਨੂੰ ਇਲੈਕਟ ਕਰਦੇ ਹਨ ਅਲਫਾਬੈਟਿਕਲੀ ਇਹ ਚੀਜ਼ ਹੈ ਜਿਹੜਾ ਇਹਦਾ ਸੀਨੀਅਰ ਹੁੰਦਾ ਹੈ ਸੀਨੀਅਰ ਦਾ ਟੈਨਿਓਰ ਸਿਰਫ 1 ਸਾਲ ਦਾ ਹੁੰਦਾ ਹੈ 1 ईयर ਦਾ ਸਿਰਫ ਓਨਲੀ 1 ईयर ਦਾ 1 ਸਾਲ ਦਾ ਇਹਨਾਂ ਟੈਨਿਓਰ ਹੁੰਦਾ इकोनॉमिक सोशल काउंसिल है टू मेनटेन इकोनॉमिक प्रोग्रेस ऑफ एनी इकोनॉमिकली सोशली कंट्री ठीक है भी किसी भी कंट्री की आर्थिक समाजिक जी स्थिति है उसनों मेनटेन करने लिए ठीक है ये चीज़ है इकोनॉमिक सोशल काउंसिल ये 54 मैंबर होंगे हैं जनरल असैंबली द्वारा इलैक्ट होंगे हैं ओके 54 मैंबर का टैनर होंगे है ओनली ऑन 54 मैंबर 3 ईयर्स टैनर होंगे मैंने पर जो इन्हों 1 साल का जो सीनियर होंगे है वो टैनर सिर्फ 1 साल का ਇਹ ਸੀ ਆਪਣਾ ਥਰਡ ਪਾਰਟ ਯੂਐਨ ਦਾ ਇਕਨੋਮਿਕ ਸੋਸ਼ਲ ਕਾਉਂਸਿਲ ਨੈਕਸਟ ਆਪਾਂ ਗੱਲ ਕਰ ਲੈਂਦੇ ਹਾਂ ਮੈਂ ਹੋਪ ਰੱਖ ਕਰ ਦਿੰਦਾ ਇਹਨੂੰ ਨੈਕਸਟ ਆ ਜਾਂਦਾ ਆਪਣਾ ਟਰਸਟੀਸ਼ਿਪ ਕਾਉਂਸਿਲ ਟਰਸਟੀਸ਼ਿਪ ਕਾਉਂਸਿਲ ਇਹ ਐਕਟਿਵ ਨਹੀਂ ਹੈਗਾ ਪਾਰਟ ਯੂਐਨ ਇਹ ਇਨਐਕਟਿਵ इस टाइम inactive only on this part of UN which is inactive today modern world ਵੀ ਅੱਜ ਦੇ ਆਧੁਨਿਕ ਸੰਸਾਰ ਵਿੱਚ ਇਹ ਜਿਹੜਾ UN ਦਾ ਟਰਸਟੀਸ਼ਿਪ ਕਾਉਂਸਿਲ ਆਰਗਨ ਹੈ ਇਹ ਇਨਐਕਟਿਵ ਹੈ ਬਾਕੀ ਸਾਰੇ ਐਕਟਿਵ ਨੇ ਸਿਰਫ ਇਹ ਇਕੱਲਾ ਹੀ ਜਿਹੜਾ ਇਨਐਕਟਿਵ ਹੈ ਹੁਣ ਆਪਾਂ ਗੱਲ ਕਰਦੇ ਹਾਂ ਵੀ ਇਹ ਇਨਐਕਟਿਵ ਕਿਉਂ ਹੈ ਪਾਰਟ ਤਾਂ ਇਹ UN ਦਾ ਹੀ ਹੈ ਫਿਰ ਇਹ ਇਨਐਕਟਿਵ ਕਿਉਂ ਹੈ क्योंकि 1994 तो लैके 1945 तो लैके 1994 तक जे आप गल करिए तो उस समय सारे देश आज़ाद नहीं हो सकते जिस विच इंडिया भी शामिल है इंडिया से जो 15 अगस्त 1947 में आज़ाद होया सी पर 1994 के पहुँचते तक सारे देश हैं जोड़े आज़ाद हो चुके सन सोवियत यूनियन जो रशिया है वो भी सोवियत यूनियन तो टुट के रशिया बन चुका सी ठीक है ਤਾਂ ਇਸ ਦਾ ਕੰਮ ਇਹ ਹੁੰਦਾ ਸੀ ਵੀ ਜਿਹੜਾ ਕੋਈ ਦੇਸ਼ ਆਜ਼ਾਦ ਹੁੰਦਾ ਹੁਣ ਜਦੋਂ ਉਹ ਮਤਲਬ ਕਿ ਹਰਡਲੀ ਇੱਕ ਵਾਰ ਵਿੱਚ ਹੀ ਜਦੋਂ ਉਹ ਆਜ਼ਾਦ ਹੋਊਗਾ ਤਾਂ ਉਹਦਾ ਜਿਹੜਾ ਪੋਲੀਟੀਕਲ ਇਕਨੋਮਿਕ ਸੋਸ਼ਲ ਸਟਰਕਚਰ ਹੋਊਗਾ ਇਨਫਰਾਸਟਰਕਚਰ ਉਹ ਇੰਨੀ ਛੇਤੀ ਬਿਲਡਅਪ ਨਹੀਂ ਹੋ ਸਕਦਾ ਵੀ ਨਾ ਹੀ ਤਾਂ ਉਸਦਾ ਆਰਥਿਕ ਢਾਂਚਾ ਬਿਲਡਅਪ ਹੋ ਸਕਦਾ ਨਾ ਸਮਾਜਿਕ ਢਾਂਚਾ ਬਿਲਡਅਪ ਹੋ ਸਕਦਾ ਉਸ ਹੋਲ ਇਨਫਰਾਸਟਰਕਚਰ ਨੂੰ ਬਿਲਡਅਪ ਕਰਨ ਲਈ ਟਰਸਟੀਸ਼ਿਪ ਕਾਉਂਸਿਲ ਜਿਹੜੀ ਉਹ ਹੈਲਪ ਕਰਿਆ ਕਰਦੀ ਸੀ ਕਿਸੇ ਕੰਟਰੀ ਵੀ ਚਾਹੇ ਇਕਨੋਮਿਕਲੀ ਵੀਕ ਹੋਵੇ ਚਾਹੇ ਸੋਸ਼ਲੀ ਵੀਕ ਹੋਵੇ ਠੀਕ ਹੈ ਉਹ ਇੱਕ ਟਰਸਟੀਸ਼ਿਪ ਕਾਉਂਸਿਲ ਹੈ ਜਿਹੜਾ ਪਾਰਟ ਉਹ ਉਸ ਨੂੰ ਹੈਲਪ ਕਰਿਆ ਕਰਦਾ ਸੀ ਟੁਡੇ ਵਰਲਡ ਇਹ ਇਨਐਕਟਿਵ ਨਹੀਂ ਹੈਗਾ ਵੀ ਇੰਨਾ ਕਿ ਲਿਖ ਸਕਦੇ ਹਾਂ ਟੂ ਹੈਲਪ ਇਕਨੋਮਿਕਲੀ socially any country realized after imperialism और colonialism हाँ भी जो किसी भी साम्राज्यवाद किसी भी बस्तीवाद तो जो कोई देश आज़ाद होगा तो ਉਹਦਾ ਜਿਹੜਾ ਸਟਰਕਚਰ ਹੋਊਗਾ ਕੋਈ ਵੀ ਇਕਨੋਮਿਕਲੀ ਪੋਲੀਟੀਕਲੀ ਸੋਸ਼ਲੀ ਉਹ ਇੰਨੀ ਜਲਦੀ ਬਿਲਡਅਪ ਨਹੀਂ ਹੋ ਸਕਦਾ ਉਸ ਨੂੰ ਬਿਲਡਅਪ ਕਰਨ ਲਈ ਟਰਸਟੀਸ਼ਿਪ ਕਾਉਂਸਿਲ ਬਣਾਈ ਗਈ ਸੀ ਲਾਈਜ਼ ਆਫਟਰ colonialism and imperialism साम्राज्यवाद बस्तीवाद साम्राज्यवाद तो जो कोई भी देश आज़ाद होगा तो उसका जो ढांचा है वो एक बार विच स्टैंड अप नहीं कर सकता इस करके ट्रस्टीशिप काउंसिल बनाई गई सी ये इनएक्टिव नहीं हैगी हुण ठीक है डेट याद रखियो 1994 तो इनएक्टिव नहीं हैगी 1994 ਵਿੱਚ ਇਹ ਇਨਐਕਟਿਵ ਹੋ ਗਈ ਸੀ ਕਿ ਟਰਸਟੀਸ਼ਿਪ ਕਾਉਂਸਿਲ ਆਈ ਹੋਪ ਤੁਹਾਨੂੰ ਇਹ ਸਮਝ ਲੱਗ ਗਈ ਹੋਗੀ ਹੁਣ ਆਪਾਂ ਨੈਕਸਟ ਗੱਲ ਕਰ ਲੈਂਦੇ ਹਾਂ 5th ਇਹ ਸੀ ਦਾ 4th ਪਾਰਟ
फोर्थ आ जाता अपना सैक्रेटरीट, फिफ्थ आ जाता अपना सैक्रेटरीट, सॉरी फिफ्थ सैक्रेटरीट अपना सैक्रेटरीट, मतलब ये एक एडमिनिस्ट्रेटिव ऑर्गेनाइजेशन होता है, एडमिनिस्ट्रेटिव ऑर्गेनाइजेशन होता है। ओके, ये जो है ना एडमिनिस्ट्रेटिव ऑर्गन है, भी प्रशासनिक अंग है जो है ना, इसका काम सिर्फ इन्ना का है भी ये यूएनओ दे रिपोर्ट्स हो गई, बजट्स हो गए, प्लान्स हो गए, डाटा हो गए, उन्हें सब चीज़ों को एनालाइज रिलाइज करके बस उन्हें प्रिपेयर करना है, ये कहना काम है, टू प्रिपेयर डाटा, रिपोर्ट्स, बजट्स एक्सट्रा। ओके, भी ये इन्ना कहदा काम है किदा सैक्रेटरीट ਜਿਹੜਾ ਐਡਮਿਨਿਸਟ੍ਰੇਟਿਵ ਆਰਗਨ ਆਫ ਯੂਐਨ। ਤੇ ਹੁਣ ਆਪਾਂ ਗੱਲ ਕਰ ਲੈਂਦੇ ਹਾਂ ਵੀ ਜਿਹੜੀ ਹੋਲ ਯੂਐਨਓ ਹੈ, ਵੀ ਹੋਲ ਯੂਐਨਓ ਕਿਹਦੇ ਦੁਆਰਾ ਰਿਪਰੈਜ਼ੈਂਟ ਹੁੰਦੀ ਹੈ, ਤਾਂ ਉਹ ਸੈਕਟਰੀਏਟ ਦੇ ਚੀਫ ਸੈਕਟਰੀਏਟ ਦੁਆਰਾ ਰਿਪਰੈਜ਼ੈਂਟ ਹੁੰਦੀ ਹੈ ਹੋਲ ਯੂਐਨ। ਮੈਨੂੰ ਰਫ ਕਰ ਦਿੰਦਾ, ਜਿਹੜੀ ਹੋਲ ਯੂਐਨਓ ਹੈ ਵੀ ਹੋਲ ਯੂਐਨਓ ਰਿਪਰੈਜ਼ੈਂਟ ਬਾय चीफ सेक्रेटरीट, होल यूएनओ रिप्रेजेंट बाय चीफ सेक्रेटरीट ऑफ सेक्रेटरीट, चीफ सेक्रेटरीट, ठीक है। ये सचिवालय का महासचिव है, ठीक है, सचिवालय का महासचिव चीफ सेक्रेटरीट जिहड़ा कि होल यूएनओ ਨੂੰ रिप्रेजेंट करता है। एक क्वेश्चन पूछा जा सकता है एग्जाम में भी यूएनओ ਨੂੰ होल यूएनओ ਨੂੰ कौन रिप्रेजेंट करता है, ਤਾਂ दैट इज चीफ सेक्रेटरी। ਹੁਣ ਗੱਲ ਕਰ ਲੈਂਦੇ ਆਪਾਂ ਜਿਹੜਾ ਚੀਫ ਸੈਕਟਰੀਏਟ ਹੈ ਉਹ ਆਪਣਾ ਕਿਹਦੇ ਦੁਆਰਾ ਇਲੈਕਟ ਹੁੰਦਾ ਹੈ, ਇਹ ਆਪਾਂ ਪੜਿਆ ਸੀ ਪਿੱਛੇ, ਯਾਦ ਕਰੋ, ਜਨਰਲ ਅਸੈਂਬਲੀ ਦੁਆਰਾ। ਕਿਹਦੇ ਦੁਆਰਾ? ਜਨਰਲ ਅਸੈਂਬਲੀ ਦੁਆਰਾ ਇਲੈਕਟ चीफ सेक्रेटरीट बाय जनरल असेंबली। चीफ सेक्रेटरी इलैक्ट होंगे अपना जनरल असेंबली द्वारा इलैक्ट होंगे, जनरल असेंबली द्वारा, ठीक है। ਇਹਦਾ ਜਿਹੜਾ ਕਾਰਜਕਾਲ ਹੁੰਦਾ ਹੈ ਸੈਕਟਰੀਏਟ ਦਾ, ਚੀਫ ਸੈਕਟਰੀਏਟ ਦਾ, ਉਹ 5 ਸਾਲ ਲਈ ਹੁੰਦਾ ਹੈ। ਟੈਨਰ ਕਿੰਨਾ ਹੁੰਦਾ ਹੈ ਸੈਕਟਰੀਏਟ ਦਾ? ਟੈਨਰ ਕਿੰਨਾ ਹੁੰਦਾ ਹੈ ਚੀਫ ਸੈਕਟਰੀਏਟ ਦਾ? 5 ਇਅਰਸ ਹੋਣਗੇ, ਬਸ 5 ਇਅਰਸ, ਸਿਰਫ 5 ਸਾਲ ਦੀ। ਹੁਣ ਆਪਾਂ ਅੱਗੇ ਗੱਲ ਕਰ ਲੈਂਦੇ ਹਾਂ ਵੀ ਇਹਦੇ ਕਿਹੜੇ ਕਿਹੜੇ ਸੈਕਟਰੀਏਟਸ ਰਹੇ ਚੀਫ ਸੈਕਟਰੀਏਟ यूएनओ ਦੇ। ਉਹ ਇੰਪੋਰਟੈਂਸ ਨੇ ਕਿਉਂਕਿ ਪੁੱਛੇ ਜਾ ਸਕਦੇ ਨੇ ਕੁਐਸਚਨ ਐਗਜ਼ਾਮ ਵਿੱਚ ਵੀ यूएनओ ਦਾ ਪਹਿਲਾ ਸੈਕਟਰੀਏਟ ਕੌਣ ਸੀ, ਉਸ ਤੋਂ ਬਾਅਦ ਕੌਣ ਸੀ, ਇਹ ਚੀਜ਼ ਪੁੱਛੀ ਜਾ ਸਕਦੀ ਹੈ। यूएनओ ਦਾ ਪਹਿਲਾ ਸੈਕਟਰੀਏਟ ਸੀ, ਜਿਵੇਂ ਆਪਾਂ ਲਿਖ ਲੈਂਦੇ ਹਾਂ, ਸਭ ਤੋਂ ਪਹਿਲਾਂ ਸਨ ਟ੍ਰਿਗਵੇ, ਇਹ ਸਨ ਨਾਰਵੇ ਦੇ, नार्वे जी राजधानी ओस्लो है। ओके, मैं लिख देना, चलो जी राजधानी ओस्लो है, नार्वे विच, नॉर्थ विच सब तो उपर। ट्रिगवेली सन जिहड़े ये नार्वे दे सन, इन्हां दा कार्यकाल सिर्फ 4 साल दी सी, इन्हां दा कार्यकाल सब तो छोटा है, 4 ईयर टाइम होगा। ये यूरोपियन सन, यूरोपियन, ठीक है, यूरोपियन सन। ਹੁਣ ਆਪਾਂ ਅੱਗੇ ਗੱਲ ਕਰ ਲੈਂਦੇ ਹਾਂ ਸੈਕੰਡ ਕੌਣ ਸਨ ਆਪਣੇ? ਡੈਗ ਹੈਮਰ, ਡੈਗ ਹੈਮਰ ਜਿਹੜੇ ਸਨ ਸਵੀਡਨ ਦੇ, ਸਵੀਡਨ ਦੇ। ਓਕੇ, ਡੈਗ ਹੈਮਰ ਸਨ, ਇਹ ਆਪਣੇ ਕਾਰਜਕਾਲ ਸਮੇਂ ਖਤਮ ਹੋ ਗਏ ਸਨ, ਡਾਈਡ ਇਨ देयर टाइम। डाइड इन देयर टेन्योर। ओके, थर्ड आते हैं अपने यूथ हंट, जिहड़े कि बर्मा दे सन, यानी कि म्यांमार, जिहड़ा 1935 विच भारत तो टुट गया सी, ठीक है। यूथ हंट यानी कि म्यांमार या बर्मा कह सकते हैं, बर्मा दे सन। ये दोवें यूरोपियन सन। ओके, ये दोवें यूरोपियन सन। ये कल्ले अजिहे व्यक्ति सन जिहड़े कि एशियन सन। म्यांमार जिहड़ा म्यांमार साडे भारत नाल लगदा ही है, वो सानूं पता ही है। इन्हां दा टेन्योर जिहड़ा सिर्फ 5 साल दा सी ते ये
कह सकते हैं एशियन सन। ओके, फोर्थ आ जाते अपने बुत्रोस बुत्रोस घाली, ये इजिप्ट के सन, मिस्र के, जिसमें नील नदी का मतलब कि नील नदी जितों निकलती है मिस्र। अपने कौन सा फोर्थ, बुत्रोस बुत्रोस घाली, ये सन इजिप्ट के। इन्होंने भी अपना टेन्योर पूरा निभाया, ठीक है, 5 साल इन्होंने अपना टेन्योर चलाया। तो ये सन यूरोपियन सन। आई होप थोड़ा कुछ समझ लग गया होगा। ये साढ़े कुछ चीफ सैकटरीट सन यूएनओ के, सैकटरीट एडमिनिस्ट्रेटिव ऑर्गन के, ठीक है। तुम इन्होंने नाम नोट कर सकते हो। फर्स्ट कौन सन, ट्रिगवेली ओस्लो और नॉर्वे के, ठीक है। 4 साल इन्होंने टेन्योर से, सब तो घट टेन्योर इन्हों का ट्रिगवेली का। तो फर्स्ट चीफ सैकटरीट ऑफ यूएनओ के रहे हैं, यूरोपियन सन, ठीक है। सैकेंड आते अपने डैग हैमर जिहड़े कि स्वीडन के सन, ये अपने कार्यकाल समय ही खत्म हो गए सन, ये यूरोपियन सन ये भी। थर्ड आते अपने यूथंड हैमर, ठीक है। कौन आते हैं थर्ड, यूथंड हैमर, जिहड़े कि बर्मा के सन, जिहड़ा साडा म्यांमार है, ठीक है। 5 साल इन्होंने अपना टेन्योर चलाया। ये फर्स्ट एशियन सन, नॉट यूरोपियन, फर्स्ट एशियन पूछा जा सकता है क्वेश्चन विच, फर्स्ट एशियन चीफ सैकटरीट ऑफ यूएनओ कौन रहा है, ताले है यूथंड, कितने सन, बर्मा के सन, ठीक है, एशियन सन। फोर्थ आ जाते हैं अपने बुत्रोस बुत्रोस घाली, ये इजिप्ट के सन, मिस्र के, ये यूरोपियन सन फर्स्ट, इन्होंने अपना कार्यकाल पूरा चलाया सी, ठीक है। ये सन कुछ चीफ सैकटरीट ऑफ सैकटरीट दे, ठीक है। आई होप तुम्हें समझ आ गए होने, मैं रफ कर लेना हाँ। नेक्स्ट आप डिस्कस करते हैं जो लास्ट ते सेकंड वन पार्ट, लास्ट पार्ट है अपना यूएन का ऑर्गन है सिक्योरिटी काउंसिल। सिक्योरिटी काउंसिल, दैट इज सिक्योरिटी काउंसिल, जिसनों पुलिस मैन ऑफ द वर्ल्ड भी कहा जाता है। की कहा जाता है, पुलिस मैन ऑफ द वर्ल्ड, पुलिस मैन ऑफ द वर्ल्ड, ओके। नाम से मेंशन हो रहा है भी पुलिस मैन ऑफ द वर्ल्ड। पुलिस का काम सानू पता ही है भी टू पीस मेंटेन सिक्योरिटी एंड शांति, मतलब कि शांति ते सुरक्षा नू स्थापित करना। वैसे ही पुलिस मैन ऑफ द वर्ल्ड का काम यह है भी ये इंटरनेशनल लेवल उत्ते टू मेंटेन पीस एंड सिक्योरिटी करूँगी, बस ये करने का काम है, टू मेंटेन पीस एंड सिक्योरिटी एट इंटरनेशनल लेवल। ये कहना का काम है किहदा, सिक्योरिटी काउंसिल। ਹੁਣ ਆਪਾਂ ਗੱਲ ਕਰ ਲੈਂਦੇ ਹਾਂ ਵੀ ਸਿਕਿਉਰਿਟੀ ਕਾਉਂਸਲ ਦੇ ਕਿੰਨੇ ਮੈਂਬਰ ਨੇ। ਤਾਂ ਆਪਾਂ ਜਿਵੇਂ ਪੜ੍ਹਿਆ ਵੀ ਸਿਕਿਉਰਿਟੀ ਕਾਉਂਸਲ ਦੇ 10 ਟੈਂਪਰੇਰੀ ਮੈਂਬਰਸ ਹੋਣਗੇ ਤੇ 5 ਪਰਮਾਨੈਂਟ ਮੈਂਬਰਸ ਹੋਣਗੇ। ਵੀ 10 ਵੈਸੇ ਟੋਟਲ ਕਿੰਨੇ ਹੁੰਦੇ ਨੇ, 15 ਮੈਂਬਰ ਹੁੰਦੇ ਨੇ, ਠੀਕ ਹੈ। ਸਿਕਿਉਰਿਟੀ ਕਾਉਂਸਲ ਦੇ ਤੇ 10 ਟੈਂਪਰੇਰੀ ਹੁੰਦੇ ਹਨ, 10 ਕਿੰਨੇ ਹੁੰਦੇ ਹਨ ਟੈਂਪਰੇਰੀ, ਤੇ 5 ਪਰਮਾਨੈਂਟ ਹੁੰਦੇ ਹਨ, 5 परमानेंट मैंबर ने, ठीक है। सिक्योरिटी काउंसिल के ये 15 ਜਿਹੜੇ ਹੁੰਦੇ ਹਨ, मतलब कि 10 ਟੈਂਪਰੇਰੀ 5 परमानेंट, इलैक्ट बाय जनरल असेंबली द्वारा ਹੁੰਦੇ ਹਨ। ਇਹ ਆਪਾਂ ਨੇ ਪੜਿਆ ਹੈ ਵੀ इलैक्ट बाय जनरल असेंबली, इलैक्ट बाय जनरल असेंबली। कौन, 15 मेंबर्स ऑफ सिक्योरिटी काउंसिल, ठीक है। 15 इज 10, 5 परमानेंट रहेंगे। ये 5 ਉਹੀ परमानेंट मैंबर ने जिन्होंने कोल वीटो पावर है। ਕਿਹੜੇ ਕਿਹੜੇ ਨੇ ਆਪਾਂ ਦੇਖ ਲੈਂਦੇ ਹਾਂ। ABC, RF, अमेरिका, ब्रिटेन, चाइना, रशिया, लास्ट फ्रांस। अमेरिका, ब्रिटेन, चाइना, रशिया, फ्रांस। ABC, RF, अमेरिका, ब्रिटेन, चाइना, रशिया, फ्रांस। ਇਹ ਅਜਿਹੇ 5 ਮੈਂਬਰ ਨੇ ਜਿਨ੍ਹਾਂ ਕੋਲ ਵੀਟੋ ਪਾਵਰ ਹੈ ਤੇ ਇਹ ਉਹੀ 5 ਮੈਂਬਰ ਨੇ ਜਿਨ੍ਹਾਂ ਕੋਲ ਸਿਕਿਉਰਿਟੀ ਕਾਉਂਸਲ ਦੀ ਪਰਮਾਨੈਂਟ ਮੈਂਬਰਸ਼ਿਪ ਹੈ, ਠੀਕ ਹੈ। ਵੀਟੋ ਪਾਵਰ ਉਹ ਚੀਜ਼ ਹੈ ਵੀ ਕੰਮ ਨੂੰ ਰੁਕਵਾ ਦੇਣ ਦੀ ਸ਼ਕਤੀ, ਠੀਕ ਹੈ। ਕੰਮ ਨੂੰ ਹੋਣ ਦੇਣ ਦੀ, ਰੁਕਵਾ ਦੇਣ ਦੀ ਸ਼ਕਤੀ, ਵੀ ਕੰਮ ਨੂੰ ਨਾ ਹੋਣ ਦੇਣ ਦੀ, ਠੀਕ ਹੈ। ਵੀ ਜੇਕਰ ਕੋਈ ਵੀ ਰੈਜ਼ੋਲੂਸ਼ਨ, ਫॉर एग्जांपल
ਯੂਐਨ ਜਨਰਲ ਅਸੈਂਬਲੀ ਵਿੱਚ ਪਾਸ ਹੁੰਦਾ ਹੈ ਤਾਂ ਜਿਨ੍ਹਾਂ ਦੇਸ਼ਾਂ ਕੋਲ ਵੀਟੋ ਪਾਵਰ ਹੈ, ਤਾਂ ਜੇਕਰ ਇਹਨਾਂ ਵਿੱਚੋਂ ਕੋਈ ਵੀ ਵੀਟੋ ਪਾਵਰ ਨੂੰ ਐਕਸਰਸਾਈਜ਼ ਕਰਦਾ ਹੈ, ਫॉर एग्जांपल यानी कि जिमें रशिया ਵੀਟੋ ਪਾਵਰ ਨੂੰ ਯੂਜ਼ ਕਰ ਲੈਂਦਾ ਹੈ, ਇਹ ਰੈਜ਼ੋਲੂਸ਼ਨ ਪਾਸ ਨਹੀਂ ਹੋਣ ਦਊਗਾ, ਤਾਂ ਇਹਨਾਂ ਚਾਰਾਂ ਦੀ ਇੰਪੋਰਟੈਂਸ ਖਤਮ ਹੋ ਕੇ ਰਸ਼ੀਆ ਦੀ ਗੱਲ ਸੁਣੀ ਜਾਊਗੀ, ਰਸ਼ੀਆ ਉੱਥੇ ਆਪਣੀ ਵੀਟੋ ਪਾਵਰ ਯੂਜ਼ ਕਰ ਲਊਗਾ। ਇਹ ਆਪਣੇ 6th ਆਰਗਨ ਸਿਕਿਉਰਿਟੀ ਕਾਉਂਸਲ ਦੇ, ਠੀਕ ਹੈ, ਆਪਣੇ 6th ਆਰਗਨ ਯੂਐਨਓ ਦੇ, ਠੀਕ ਹੈ। ਅੱਜ ਦੇ ਵੀਡੀਓ ਵਿੱਚ ਸਿਰਫ ਇੰਨਾ ਹੀ। ਹਰੀਡਲੀ ਵੀ ਮੀਟ ਇਨ ਆਵਰ ਨੈਕਸਟ ਵੀਡੀਓ ਇਨ ਦਿਸ ਚੈਨਲ। ਥੈਂਕਸ ਫॉर वाचिंग।